ਹੈਲੋ एवरीवन। ਅੱਜ ਅਸੀਂ ਆਪਣਾ ਨੈਕਸਟ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। ਵੈਸੇ ਤਾਂ ਤੁਸੀਂ ਇੱਕ ਦਿਨ ਪਹਿਲਾਂ ਸ਼ੁਰੂ ਕਰ ਚੁੱਕੇ ਹੋ। ਤੁਸੀਂ ਇਹਦੇ ਜਿੰਨੇ ਵੀ ਆਪਣੇ ਇੱਕ ਨੰਬਰ ਵਾਲੇ ਕੁਐਸਚਨ MCQ ਟਰੂ ਫਾਲਸ ਬਲੈਂਕਸ ਵਗੈਰਾ ਵੈਸੇ ਤਾਂ ਕਰ ਚੁੱਕੇ ਹੋ ਤੁਸੀਂ, ਪਰ ਮੈਂ ਅੱਜ ਚੈਪਟਰ ਸ਼ੁਰੂ ਕਰ ਲਾਂਗਾ ਇਹਦੀ ਇੰਟਰੋਡਕਸ਼ਨ ਤੋਂ। ਚੈਪਟਰ ਦਾ ਨਾਮ ਹੈ ਜੀ ਇੰਟਰੋਡਕਸ਼ਨ ਟੂ ਈ-ਕਾਮਰਸ। ਸਭ ਤੋਂ ਪਹਿਲਾਂ ਇਹਦੇ ਨਾਂ ਨੂੰ ਕਲੀਅਰ ਕਰਾਂਗੇ। ਦੇਖੋ, ਜਿਵੇਂ ਇਹਦੇ 'ਚ ਕਾਮਰਸ ਤੇ ਈ ਨੂੰ ਜੇ ਅਲੱਗ-ਅਲੱਗ ਇਹਨੂੰ ਸਮਝੀਏ, ਆਪਾਂ ਪਹਿਲਾਂ ਕਾਮਰਸ ਨੂੰ ਸਮਝ ਲਈਏ ਕਿ ਕਾਮਰਸ ਕੀ ਹੈ। ਕਾਮਰਸ ਕਹਿ ਦਿੰਦੇ ਆਪਾਂ ਬਾਇੰਗ ਐਂਡ ਸੈਲਿੰਗ ਆਫ ਗੁੱਡਸ ਐਂਡ ਸਰਵਿਸਿਜ਼, ਯਾਨੀ ਗੁੱਡਸ ਐਂਡ ਸਰਵਿਸਿਜ਼ ਨੂੰ ਖਰੀਦਣਾ ਅਤੇ ਵੇਚਣਾ। ਤੇ ਜਦੋਂ ਆਪਾਂ ਉਹਦੇ ਨਾਲ ਈ ਵਰਡ ਲਾ ਦਿੰਦੇ ਹਾਂ, ਈ ਕਾਮਰਸ, ਦੈਟ ਮੀਨਸ ਕਿ ਜੇਕਰ ਅਸੀਂ ਬਾਇੰਗ ਐਂਡ ਸੈਲਿੰਗ ਆਫ ਗੁੱਡਸ ਐਂਡ ਸਰਵਿਸਿਜ਼ ਇੰਟਰਨੈਟ ਦੇ ਥਰੂ ਕਰਦੇ ਹਾਂ, ਦੈਟ ਇਜ਼ ਈ ਕਾਮਰਸ। ਸੋ ਜੇਕਰ ਇਹਨੂੰ ਸਿੰਪਲ ਵਰਡਿੰਗ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਈ ਕਾਮਰਸ ਇਜ਼ ਦਾ ਬਾਇੰਗ ਐਂਡ ਸੈਲਿੰਗ ਆਫ ਗੁੱਡਸ ਐਂਡ ਸਰਵਿਸਿਜ਼ ਔਨ ਦਾ ਇੰਟਰਨੈਟ। ਤੁਸੀਂ ਵੇਖ ਹੀ ਰਹੇ ਹੋ ਵੀ ਅੱਜ ਕੱਲ੍ਹ ਈ ਕਾਮਰਸ ਕੰਪਨੀਜ਼ ਜਿਹੜੀਆਂ, ਜਿਵੇਂ ਹਰ ਇੱਕ ਕੰਪਨੀ ਜਿਹੜੀ ਆਪਣਾ ਬਿਜ਼ਨਸ ਔਨਲਾਈਨ ਜਿਹੜੀ ਹੈ ਕਰਨਾ ਚਾਹੁੰਦੀ ਹੈ ਅਤੇ ਔਨਲਾਈਨ ਕਰ ਵੀ ਰਹੀ ਹੈ। ਇਹਦਾ ਨੂੰ ਕਈ ਤਰ੍ਹਾਂ ਦੇ ਬੈਨੀਫਿਟਸ ਨੇ। ਇੱਕ ਤਾਂ ਉਹ ਕੀ ਹੈ, 24 ਆਵਰ ਸਰਵਿਸ ਜਿਹੜੀ ਹੈ ਉਹ ਆਪਣੇ ਕਸਟਮਰ ਨੂੰ ਦੇ ਸਕਦੀ ਹੈ। ਉਹਦਾ ਰੈਵਨਿਊ ਵੀ ਵਧ ਗਿਆ, ਉਹਦਾ ਖਰਚਾ ਵੀ ਘੱਟ ਗਿਆ, ਅਤੇ ਕਸਟਮਰ ਨੂੰ ਵੀ ਉਹ ਚੀਜ਼ ਜਿਹੜੀ ਹੈ ਬਹੁਤ ਸਸਤੀ ਮਿਲ ਰਹੀ ਹੈ, ਕਿਉਂਕਿ ਉਹਦੇ ਵਿੱਚ ਜਿਹੜੇ ਮਿਡਲ ਮੈਨ ਨੇ, ਜਿਹੜੇ ਹੋਲਸੇਲਰ ਰਿਟੇਲਰ, ਉਹ ਹਟਾਉਣ ਦਾ ਕਰਕੇ ਕੀ ਹੈ ਕਿ ਉਹਨਾਂ ਦਾ ਦੋਨਾਂ ਨੂੰ ਬੈਨੀਫਿਟ ਹੈ, ਯਾਨੀ ਕੰਪਨੀ ਨੂੰ ਵੀ ਬੈਨੀਫਿਟ ਹੈ ਅਤੇ ਕਸਟਮਰ ਨੂੰ ਵੀ ਬੈਨੀਫਿਟ ਹੈ। ਡੈਫੀਨੇਸ਼ਨਸ ਹੋਰ ਲੈਂਦੇ ਹਾਂ। ਜਿਵੇਂ ਇੱਥੇ ਡੈਫੀਨੇਸ਼ਨਸ ਇੱਕ ਹੋਰ ਹੈ, ਈ ਕਾਮਰਸ ਇਜ਼ ਦਾ ਰੈਵੋਲੂਸ਼ਨ ਇਨ ਬਿਜ਼ਨਸ ਪ੍ਰੈਕਟਿਸਿਸ। ਇੱਕ ਰੈਵੋਲੂਸ਼ਨ ਆ ਬਿਜ਼ਨਸ ਪ੍ਰੈਕਟਿਸਿਸ ਦੇ ਵਿੱਚ। ਦ ਟਰਮ ਕਾਮਰਸ ਇਜ਼ ਵਿਊਡ ਐਜ਼ ਟ੍ਰਾਂਜੈਕਸ਼ਨ ਕੰਡਕਟਡ ਬਿਜ਼ਨਸ ਪਾਰਟਨਰਸ, ਯਾਨੀ ਬਿਜ਼ਨਸ ਪਾਰਟਨਰਸ ਦੇ ਵਿੱਚ ਜਿਹੜੀ ਆ ਟ੍ਰਾਂਜੈਕਸ਼ਨਸ ਜਿਹੜੀਆਂ ਕਾਮਰਸ ਜਿਹੜੀ ਆ ਇਸ ਤਰੀਕੇ ਨਾਲ ਵਿਊ ਕੀਤੀ ਜਾਂਦੀ ਹੈ ਕਿ ਇਹ ਇੱਕ ਟ੍ਰਾਂਜੈਕਸ਼ਨ ਆ ਬਿਟਵੀਨ ਬਿਜ਼ਨਸ ਪਾਰਟਨਰਸ ਦੇ ਵਿੱਚ ਓਵਰ ਇੰਟਰਨੈਟ। Next definition लेने हैं, electronic commerce is an emerging concept that describes the process of buying and selling of exchange of products and services information via computer network including internet। यानी यही पहली definition ਜਿਹੜੀ ਅਸੀਂ clear ਕਰਕੇ ਬੈਠੇ ਹਾਂ ਕਿ buying and selling of goods and services computer network ਦੇ through ਜਾਂ internet ਦੇ through। ਇਸੇ ਤਰੀਕੇ ਦੇ ਨਾਲ ਥਰਡ ਡੈਫੀਨੇਸ਼ਨ ਵੀ ਇਦਾਂ ਦੀ ਹੈ, ਈ-ਕਾਮਰਸ ਟੈਕਨੋਲੋਜੀਜ਼ ਕੈਨ ਰਿਜ਼ਲਟ ਇਨ ਬਿਜ਼ਨਸ ਪ੍ਰੋਸੈਸ ਇੰਪਰੂਵਮੈਂਟ ਐਂਡ ਇਨਕਰੀਜ਼ਡ ਐਫੀਸ਼ੀਐਂਸੀਜ਼। ਹੁਣ ਵੇਖੋ, ਈ-ਕਾਮਰਸ ਦਾ ਕਰਕੇ ਕੀ ਹੈ ਕਿ ਅਸੀਂ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹਾਂ ਆਪਣੇ ਬਿਜ਼ਨਸ ਪ੍ਰੋਸੈਸਿਸ ਵਾਸਤੇ, ਤਾਂ ਕਿ ਪ੍ਰੋਸੈਸ ਇੰਪਰੂਵ ਹੋਵੇ, ਨਾਲ ਦੀ ਨਾਲ ਜਿਹੜੀ ਬਿਜ਼ਨਸ ਦੀ ਐਫੀਸ਼ੀਐਂਸੀ ਹੈ ਉਹ ਵੀ ਇੰਪਰੂਵ ਹੋਵੇ। ਹੁਣ ਗੱਲ ਕਰਦੇ ਹਾਂ ਇਹਦੇ ਬੈਨੀਫਿਟਸ ਬਾਰੇ। ਹੁਣ ਕਈ ਤਰ੍ਹਾਂ ਦੇ ਬੈਨੀਫਿਟਸ ਨੇ। ਬੈਨੀਫਿਟਸ ਨੂੰ ਮੈਂ ਦੋ ਪਾਰਟ ਦੇ ਵਿੱਚ ਲੈਣ ਜਾ ਰਿਹਾ। ਸਭ ਤੋਂ ਪਹਿਲਾ ਬੈਨੀਫਿਟ ਹੈ ਕਿ ਮੇਨ ਬੈਨੀਫਿਟਸ ਜਿਹੜੇ ਆ ਈ-ਕਾਮਰਸ ਦੇ ਕਸਟਮਰ ਦੇ ਲਈ ਕੀ ਬੈਨੀਫਿਟ ਹੈ, ਯਾਨੀ ਸਾਡੇ ਲਈ ਕੀ ਬੈਨੀਫਿਟ। ਸਭ ਤੋਂ ਪਹਿਲਾ ਬੈਨੀਫਿਟ ਹੈ ਜੀ ਰਿਡਿਊਸ ਟ੍ਰਾਂਜੈਕਸ਼ਨ ਕਾਸਟ ਫॉर ਪਾਰਟਿਸਿਪੇਟਿੰਗ ਐਕਸਚੇਂਜ ਇਨ ਮਾਰਕੀਟ। ਸਭ ਤੋਂ ਪਹਿਲਾ ਜਿਹੜਾ ਬੈਨੀਫਿਟ ਹੈ ਉਹ ਇਹ ਹੈ ਕਿ ਟ੍ਰਾਂਜੈਕਸ਼ਨ ਕਾਸਟ ਜਿਹੜੀ ਹੈ ਬਹੁਤ ਘੱਟ ਜਾਂਦੀ ਹੈ। ਜਦੋਂ ਅਸੀਂ ਇੰਟਰਨੈਟ ਦੇ ਥਰੂ ਕੋਈ ਚੀਜ਼ ਖਰੀਦਦੇ ਹਾਂ ਤਾਂ ਸਾਨੂੰ ਉਹ ਚੀਜ਼ ਸਸਤੀ ਪੈਂਦੀ ਹੈ। ਸਭ ਤੋਂ ਪਹਿਲਾ ਬੈਨੀਫਿਟ ਤਾਂ ਕਸਟਮਰ ਲਈ ਹੈ। ਦੂਸਰਾ ਬੈਨੀਫਿਟ ਇਹ ਹੈ ਕਿ 24 ਆਵਰ ਅ ਡੇ ਜਦੋਂ ਮਰਜ਼ੀ ਆਪਾਂ ਪਰਚੇਜ਼ ਕਰ ਸਕਦੇ ਹਾਂ। ਤੀਸਰਾ ਇਹਦਾ ਬੈਨੀਫਿਟ ਇਹ ਆ ਕਿ ਟਾਈਮ ਸੇਵਿੰਗ ਆ। ਟਾਈਮ ਸੇਵਿੰਗ ਦਾ ਮਤਲਬ ਹੈ ਕਿ ਕਿਸੇ ਵੀ ਸਮੇਂ 'ਤੇ ਕੋਈ ਕਸਟਮਰ ਜਿਹੜਾ ਵਾ ਇਹ ਪ੍ਰੋਡਕਟ ਜਿਹੜਾ ਕਿਸੇ ਵੀ ਸਮੇਂ 'ਤੇ ਖਰੀਦ ਸਕਦਾ, ਐਨੀ ਟਾਈਮ। ਚੌਥਾ ਬੈਨੀਫਿਟ ਇਹ ਆ ਕਿ ਉਹ ਵੈਬਸਾਈਟ ਦੇ ਉੱਪਰ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਐਕਸੈਸ ਕਰ ਸਕਦਾ, ਜਦੋਂ ਮਰਜ਼ੀ ਉਹ ਚੈੱਕ ਕਰ ਸਕਦਾ ਵਿਦ ਅ ਕਲਿੱਕ ਆਫ ਅ ਬਟਨ। ਸਿਰਫ ਇੱਕ ਬਟਨ ਨੂੰ ਕਲਿੱਕ ਕਰਨ ਤੋਂ ਬਾਅਦ ਉਹਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਪ੍ਰੋਡਕਟ ਬਾਰੇ ਪ੍ਰੋਵਾਈਡ ਕੀਤੀ ਜਾਊਗੀ। ਨੈਕਸਟ ਬੈਨੀਫਿਟ ਇਹ ਆ, ਪਰਚੇਜ਼ ਐਂਡ ਸੇਲਸ ਕੈਨ ਬੀ ਪਰਫਾਰਮਡ ਫਰੋਮ ਦ ਕੰਫਰਟ ਸਿਟਿੰਗ ਐਟ ਹੋਮ ਔਰ ਵਰਕਿੰਗ ਪਲੇਸ। ਯਾਨੀ ਉਹ ਕਿਸੇ ਵੀ ਜਗ੍ਹਾ ਤੋਂ ਬੈਠ ਕੇ ਜਾਂ ਕਿਸੇ ਵੀ ਜਗ੍ਹਾ ਤੋਂ ਉਹ ਕਿਸੇ ਵੀ ਤਰੀਕੇ ਦਾ ਕੋਈ ਵੀ ਪ੍ਰੋਡਕਟ ਜਿਹੜਾ ਵਾ ਆਰਡਰ ਕਰਕੇ ਘਰ ਮੰਗਵਾ ਸਕਦਾ ਜਾਂ ਆਪਣੇ ਆਫਿਸ ਦੇ ਵਿੱਚ ਮੰਗਵਾ ਸਕਦਾ ਹੈ। ਨੈਕਸਟ ਬੈਨੀਫਿਟ ਆ, ਈਜ਼ੀਲੀ ਚੇਂਜ ਦਾ ਕੰਪਨੀ ਐਟ ਐਨੀ ਟਾਈਮ। ਯਾਨੀ ਅਗਰ ਉਹ ਕਿਸੇ ਕੰਪਨੀ ਕੋਲੋਂ ਸੈਟਿਸਫਾਈ ਨਹੀਂ ਹੁੰਦਾ ਜਾਂ ਉਹਨੂੰ ਉਹਦੀ ਸਰਵਿਸ ਜਿਹੜੀ ਸੈਟਿਸਫੈਕਟਰੀ ਨਹੀਂ ਲੱਗਦੀ ਤਾਂ ਕਿਸੇ ਵੀ ਟਾਈਮ 'ਤੇ ਉਹ ਕੰਪਨੀ ਜਿਹੜੀ ਹੈ ਚੇਂਜ ਕਰ ਸਕਦਾ। ਜ਼ਰੂਰੀ ਨਹੀਂ ਹੈ ਕਿ ਉਹ ਇੱਕ ਹੀ ਕੰਪਨੀ ਤੋਂ ਪ੍ਰੋਡਕਟ ਖਰੀਦਦਾ ਰਹੇਗਾ, ਕਿਉਂਕਿ ਉਹਦੇ ਕੋਲ ਬਹੁਤ ਵਾਈਡਰ ਚੋਇਸ ਹੈ। ਉਹਦੇ ਕੋਲ ਕਾਫੀ ਸਾਰੇ ਅਲਟਰਨੇਟਿਵਸ ਨੇ। ਜੇ ਇੱਕ ਉਹਨੂੰ ਪ੍ਰੋਡਕਟ ਨਹੀਂ ਸਹੀ ਲੱਗ ਰਿਹਾ, ਉਹ ਪ੍ਰੋਡਕਟ ਚੇਂਜ ਕਰਕੇ ਕਿਸੇ ਦੂਸਰੀ ਕੰਪਨੀ ਦਾ ਪ੍ਰੋਡਕਟ ਜਿਹੜਾ ਵਾ ਖਰੀਦ ਸਕਦਾ। ਕਸਟਮਰ ਕੈਨ ਬਾਈ ਅ ਪ੍ਰੋਡਕਟ ਵਿਚ ਇਜ਼ ਨਾਟ ਅਵੇਲੇਬਲ ਇਨ ਦ ਲੋਕਲ ਔਰ ਨੈਸ਼ਨਲ ਮਾਰਕੀਟ। ਯਾਨੀ ਕਸਟਮਰ ਕਿਸੇ ਵੀ ਪ੍ਰੋਡਕਟ ਨੂੰ ਜਿਹੜਾ ਕਿ ਉਹਨਾਂ ਦੀ ਲੋਕਲ ਮਾਰਕੀਟ 'ਚ ਅਵੇਲੇਬਲ ਨਹੀਂ ਹੈ ਅਤੇ ਨੈਸ਼ਨਲ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈ, ਉਹ ਪ੍ਰੋਡਕਟ ਵੀ ਜਿਹੜੇ ਆ ਉਹ ਔਨਲਾਈਨ ਮੰਗਵਾ ਸਕਦਾ। ਅ ਕਸਟਮਰ ਕੈਨ ਪੁੱਟ ਰਿਵਿਊ comments about a product and can see what others are buying or see the review comments of the other customers before making a final buy। यानी कस्टमर ਜਿਹੜਾ ਉਹ ਆਪ ਖੁਦ ਵੀ ਕਮੈਂਟ ਕਰ ਸਕਦਾ ਜਦੋਂ ਪ੍ਰੋਡਕਟ ਯੂਜ਼ ਕਰ ਲੈਂਦਾ, ਉਹਦੇ ਪ੍ਰੋਡਕਟ ਦੇ ਬਾਰੇ, ਉਹਦੀ ਕੁਆਲਿਟੀ ਬਾਰੇ, ਉਹਦੀ ਯੂਸੇਜ ਬਾਰੇ ਉਹ ਕਮੈਂਟ ਕਰਕੇ ਕੰਪਨੀ ਨੂੰ ਰਿਵਿਊ ਦੇ ਸਕਦਾ, ਫੀਡਬੈਕ ਦੇ ਸਕਦਾ।
ਇਹਦੇ ਨਾਲ ਦੂਸਰੇ ਕਸਟਮਰ ਨੇ ਜਿਨ੍ਹਾਂ ਨੇ ਇਹ ਪ੍ਰੋਡਕਟ ਯੂਜ਼ ਕੀਤਾ ਹੈ ਉਹਨਾਂ ਦੇ ਰਿਵਿਊਜ਼ ਵੀ ਉਹ ਚੈੱਕ ਕਰ ਸਕਦਾ। ਇਹ ਤੇ ਸੀਗੇ ਉਹ ਬੈਨੀਫਿਟਸ ਜਿਹੜੇ ਕਿ ਕਸਟਮਰ ਨੂੰ ਹੁੰਦੇ ਆ। ਹੁਣ ਲੈਣ ਜਾ ਰਹੇ ਆ ਕਿ ਜਿਹੜੇ ਈ-ਕਾਮਰਸ ਦਾ ਕਰਕੇ ਬੈਨੀਫਿਟਸ ਜਿਹੜੇ ਆ ਸੈਲਰ ਪੁਆਇੰਟ ਆਫ ਵਿਊ ਦੇ ਨਾਲ ਰਿਲੇਟਡ ਜਿਹੜੇ ਨੇ, ਯਾਨੀ ਇੱਕ ਕੰਪਨੀ ਨੂੰ ਕੀ ਬੈਨੀਫਿਟ ਹੁੰਦੇ ਆ ਇਹਦੇ। ਸਭ ਤੋਂ ਪਹਿਲਾ ਬੈਨੀਫਿਟ ਹੈ ਇਨਕਰੀਜ਼ ਰੈਵਨਿਊ, ਯਾਨੀ ਪ੍ਰੋਫਿਟ ਵੱਧ ਗਿਆ ਕੰਪਨੀ ਦਾ, ਕਿਉਂਕਿ ਮਿਡਲਮੈਨ ਹਟ ਗਿਆ। ਇਸ ਕਰਕੇ ਕੰਪਨੀ ਦਾ ਪ੍ਰੋਫਿਟ ਜਿਹੜਾ ਹੈ ਉਹ ਦਿਨੋਂ ਦਿਨ ਇਨਕਰੀਜ਼ ਹੁੰਦਾ ਜਾ ਰਿਹਾ, ਕਿਉਂਕਿ ਹੁਣ ਪ੍ਰੋਡਕਟ ਜਿਹੜੇ ਆ ਉਹ ਜ਼ਿਆਦਾ ਆਰਡਰ ਹੁੰਦੇ ਆ, ਯਾਨੀ ਉਹਨਾਂ ਦੀ ਸੇਲ ਵੱਧ ਗਈ ਹੈ। ਸੈਕੰਡ ਹੈ ਜੀ ਰਿਡਿਊਸ ਆਪਰੇਸ਼ਨ ਐਂਡ ਮੇਨਟੇਨੈਂਸ ਕਾਸਟ। ਆਪਰੇਸ਼ਨਲ ਕਾਸਟ ਤੇ ਮੇਨਟੇਨੈਂਸ ਕਾਸਟ ਜਿਹੜੀ ਹੈ ਬਹੁਤ ਜ਼ਿਆਦਾ ਘਟ ਗਈ ਹੈ, ਕਿਉਂਕਿ ਹੁਣ ਉਹਨਾਂ ਨੂੰ ਕਾਫੀ ਸਾਰੇ ਆਰਡਰਸ ਜਿਹੜੇ ਆ ਮਿਲਦੇ ਆ। ਦੂਸਰੀ ਗੱਲ ਇਹ ਹੈ ਕਿ ਇਹਦੀ ਕੋਈ ਜ਼ਿਆਦਾ ਮੇਨਟੇਨੈਂਸ ਕਾਸਟ ਵੀ ਨਹੀਂ ਹੈਗੀ, ਯਾਨੀ ਟੈਕਨੋਲੋਜੀ ਜਿਹੜੀ ਹੈ ਇੰਨੀ ਜ਼ਿਆਦਾ ਕੰਪਲੀਕੇਟਡ ਵੀ ਯੂਜ਼ ਨਹੀਂ ਕੀਤੀ ਜਾਂਦੀ ਕਿ ਜਿਹਨੂੰ ਹੈਂਡਲ ਨਾ ਕੀਤਾ ਜਾ ਸਕੇ ਜਾਂ ਜਿਹਨੂੰ ਮੇਨਟੇਨ ਨਾ ਕੀਤਾ ਜਾ ਸਕੇ। ਨੈਕਸਟ ਬੈਨੀਫਿਟ ਹੈ ਸੈਲਰ ਦੇ ਲਈ ਰਿਡਿਊਸਿਸ ਪਰਚੇਜ਼ ਐਂਡ ਪ੍ਰੋਕਿਊਰਮੈਂਟ ਕਾਸਟ, ਯਾਨੀ ਪਰਚੇਜ਼ ਕਾਸਟ, ਯਾਨੀ ਉਹਨੇ ਰॉ ਮਟੀਰੀਅਲ ਖਰੀਦਣਾ ਜਾਂ ਜਿਹੜੇ ਉਹਨੂੰ ਬਣਾਉਣ ਦੇ ਖਰਚੇ ਆਉਂਦੇ ਆ, ਜਿਹੜੇ ਐਡਮਿਨਿਸਟ੍ਰੇਟਿਵ ਕਈ ਤਰ੍ਹਾਂ ਦੇ ਖਰਚੇ ਨੇ, ਕੋਈ ਉਹਦੇ ਆਫਿਸ ਰਿਲੇਟਡ ਖਰਚੇ ਨੇ, ਉਹ ਖਰਚੇ ਵੀ ਜਿਹੜੇ ਆ ਉਹਦੇ ਕਾਫੀ ਘਟ ਜਾਂਦੇ ਆ, ਕਿਉਂਕਿ ਜ਼ਿਆਦਾਤਰ ਕੰਮ ਜਿਹੜਾ ਵਾ ਉਹ ਟੈਕਨੋਲੋਜੀ ਦੇ ਜ਼ਰੀਏ ਕੀਤਾ ਜਾਂਦਾ, ਇਸ ਕਰਕੇ ਉਹਨੂੰ ਜ਼ਿਆਦਾ ਐਮਪਲੋਈਜ਼ ਰੱਖਣ ਦੀ ਲੋੜ ਵੀ ਜਿਹੜੀ ਆ ਉਹ ਨਹੀਂ ਪੈਂਦੀ। ਰੇਜ਼ਿਸ ਕਸਟਮਰ ਲਾਇਲਟੀ ਐਂਡ ਰਿਟੈਂਸ਼ਨ, ਯਾਨੀ ਜਦੋਂ ਕੋਈ ਵੀ ਕੰਪਨੀ ਜਿਹੜੀ ਆ ਈ-ਕਾਮਰਸ ਦੇ ਜ਼ਰੀਏ ਜਿਹੜੀ ਜਦੋਂ ਕੋਈ ਚੀਜ਼ ਵੇਚਦੀ ਖਰੀਦਦੀ ਹੈ ਤੇ ਉਹਦੇ ਨਾਲ ਕੀ ਹੈ ਕਸਟਮਰ ਦੀ ਲਾਇਲਟੀ ਜਿਹੜੀ ਆ ਉਹਨੂੰ ਮਿਲ ਜਾਂਦੀ ਹੈ, ਯਾਨੀ ਕਸਟਮਰ ਦੀ ਅਟੈਂਸ਼ਨ, ਜਾਂ ਇਹ ਕਹਿ ਲਓ ਵੀ ਕਸਟਮਰ ਨੂੰ ਕਿਵੇਂ ਰਿਟੇਨ ਕਰਨਾ ਹੈ, ਜਾਂ ਕਸਟਮਰ ਨੂੰ ਬੈਨੀਫਿਟਸ ਦੇ ਕੇ ਜਾਂ ਕਈ ਤਰ੍ਹਾਂ ਦੇ ਉਹਨੂੰ ਕੂਪਨਸ ਵਗੈਰਾ ਦੇ ਕੇ ਉਹ ਕਸਟਮਰ ਨੂੰ ਜੋੜ ਕੇ ਰੱਖਣਾ ਆਪਣੇ ਨਾਲ, ਇਹ ਵੀ ਬੈਨੀਫਿਟ ਉਹਨੂੰ ਮਿਲ ਜਾਂਦਾ। ਨੈਕਸਟ ਪੁਆਇੰਟ ਹੈ ਜੀ ਰਿਡਿਊਸਿਸ ਟਰਾਂਸਪੋਰਟੇਸ਼ਨ ਕਾਸਟ। ਟਰਾਂਸਪੋਰਟੇਸ਼ਨ ਦਾ ਖਰਚਾ ਜਿਹੜਾ ਕਾਫੀ ਘਟ ਜਾਂਦਾ ਕੰਪਨੀ ਦੇ ਲਈ, ਕਿਉਂਕਿ ਹੁਣ ਕਾਫੀ ਸਾਰੇ ਪ੍ਰੋਡਕਟ ਜਿਹੜੇ ਡਿਲੀਵਰ ਕਰਨੇ ਹੁੰਦੇ ਆ ਤਾਂ ਉਹ ਇਕੱਠੇ ਹੀ ਡਿਲੀਵਰ ਕੀਤੇ ਜਾਂਦੇ ਆ। ਜਦੋਂ ਉਹ ਆਰਡਰ ਜਿਹੜੇ ਆ ਪਲੇਸ ਹੁੰਦੇ ਆ ਤੇ ਨਾਲ ਦੀ ਨਾਲ 3-4 ਦਿਨਾਂ ਦੇ ਬਾਅਦ ਜਦੋਂ ਆਰਡਰ ਇੰਨੇ ਕੁ ਪਲੇਸ ਹੋ ਜਾਂਦੇ ਆ ਵੀ ਉਹ ਟਰਾਂਸਪੋਰਟ ਕੀਤੇ ਜਾ ਸਕਣ, ਤੇ ਫਿਰ ਉਹ ਜਿਹੜੇ ਕੰਪਨੀ ਹੈ ਜਿਹੜੀ ਉਹ ਟਰਾਂਸਪੋਰਟੇਸ਼ਨ ਬਾਰੇ ਸੋਚਦੀ ਹੈ, ਇਸ ਕਰਕੇ ਟਰਾਂਸਪੋਰਟੇਸ਼ਨ ਦਾ ਖਰਚਾ ਵੀ ਕਾਫੀ ਘਟ ਗਿਆ। ਨੈਕਸਟ ਬੈਨੀਫਿਟ ਹੈ ਡਿਵੈਲਪ ਕਸਟਮਰ ਐਂਡ ਸਪਲਾਇਰ ਰਿਲੇਸ਼ਨਸ਼ਿਪ। ਕਸਟਮਰ ਅਤੇ ਸਪਲਾਇਰ ਦਾ ਰਿਲੇਸ਼ਨਸ਼ਿਪ ਜਿਹੜਾ ਉਹ ਕਾਫੀ ਵਧੀਆ ਡਿਵੈਲਪ ਹੁੰਦਾ ਈ-ਕਾਮਰਸ ਦੇ ਨਾਲ, ਕਿਉਂਕਿ ਫੀਡਬੈਕ ਜਿਹੜੀ ਹੈ ਕਸਟਮਰ ਦੇ ਸਕਦਾ ਹੈ ਤੇ ਨਾਲ ਦੀ ਨਾਲ ਉਹਦੀਆਂ ਕੰਪਲੇਂਟਸ ਵੀ ਜਿਹੜੀਆਂ ਕੰਪਨੀ ਜਿਹੜੀ ਆ ਉਹ ਆਨਲਾਈਨ ਸੁਣਦੀ ਆ, ਯਾਨੀ ਜਿਹੜੇ ਉਹਨਾਂ ਦੇ ਸਰਵਿਸ ਸੈਂਟਰ ਬਣੇ ਹੋਏ ਆ ਜਾਂ ਕਸਟਮਰ ਸਪੋਰਟ ਸੈਂਟਰ ਬਣੇ ਹੋਏ ਆ ਜਿਹੜੇ, ਉਹਨਾਂ ਦੇ ਥਰੂ ਜਿਹੜੇ ਆ ਉਹਨਾਂ ਨੂੰ ਪੂਰੀ ਸਪੋਰਟ ਦੇ ਦਿੱਤੀ ਜਾਂਦੀ ਹੈ ਕਸਟਮਰਸ ਨੂੰ। ਇੰਪਰੂਵ ਸਪੀਡ ਆਫ ਦਾ ਪ੍ਰੋਸੈਸ ਆਫ ਸੈਲਿੰਗ ਦੇ ਪ੍ਰੋਸੈਸ ਦੀ ਸਪੀਡ ਜਿਹੜੀ ਆ ਹੁਣ ਕਾਫੀ ਇਨਕਰੀਜ਼ ਹੋ ਚੁੱਕੀ ਹੈ, ਯਾਨੀ ਪ੍ਰੋਡਕਟ ਖਰੀਦਣ ਤੋਂ ਬਾਅਦ ਅਸੀਂ ਜੇਕਰ ਆਨਲਾਈਨ ਪੇਮੈਂਟ ਕਰ ਦਿੰਦੇ ਹਾਂ ਤਾਂ ਉਸੇ ਟਾਈਮ 'ਤੇ ਪ੍ਰੋਡਕਟ ਜਿਹੜਾ ਹੈ ਉਹ ਅਸੀਂ ਖਰੀਦ ਸਕਦੇ ਹਾਂ, ਯਾਨੀ ਕਈ ਆਪਸ਼ਨਸ ਹੁੰਦੇ ਆ ਉਹਦੇ ਵਿੱਚ ਕਿ ਕਿਵੇਂ ਪੇਮੈਂਟ ਕਰਨੀ ਆ ਉਸ ਤਰੀਕੇ ਦੇ ਨਾਲ, ਯਾਨੀ ਸੈਲਿੰਗ ਦੇ ਪ੍ਰੋਸੈਸ ਜਿਹੜਾ ਕਾਫੀ ਇੰਪਰੂਵ ਹੋ ਚੁੱਕਾ ਹੈ। ਨੈਕਸਟ ਹੈ ਇੰਪਰੂਵ ਇੰਟਰਨਲ ਐਂਡ ਐਕਸਟਰਨਲ ਕਮਿਊਨੀਕੇਸ਼ਨ। ਦੇਖੋ ਇੰਟਰਨਲ ਕਮਿਊਨੀਕੇਸ਼ਨ ਤੇ ਉਹ ਹੈ ਜਿਹੜੀ ਕੰਪਨੀ ਦੇ ਅੰਦਰ ਹੁੰਦੀ ਆ, ਐਕਸਟਰਨਲ ਕਮਿਊਨੀਕੇਸ਼ਨ ਉਹ ਹੈ ਜਿਹੜੀ ਕੰਪਨੀ ਜਿਹੜੀ ਹੈ ਦੂਸਰੇ ਇਨਵੈਸਟਰਸ ਦੇ ਨਾਲ ਕਰਦੀ ਹੈ ਜਾਂ ਕਸਟਮਰਸ ਦੇ ਨਾਲ ਕਰਦੀ ਹੈ, ਯਾਨੀ ਕੰਪਨੀ ਤੋਂ ਬਾਹਰ ਦੀ ਜਿਹੜੀ ਕਮਿਊਨੀਕੇਸ਼ਨ ਆ ਉਹ ਐਕਸਟਰਨਲ ਕਮਿਊਨੀਕੇਸ਼ਨ ਹੈ, ਯਾਨੀ ਇਹ ਵੀ ਇੰਪਰੂਵ ਹੁੰਦੀ ਹੈ। ਨੈਕਸਟ ਪੁਆਇੰਟ ਹੈ ਲਾਸਟ ਪੁਆਇੰਟ ਡਿਵੈਲਪਸ ਦਾ ਕੰਪਨੀ ਇਮੇਜ ਐਂਡ ਬ੍ਰਾਂਡ। ਕੰਪਨੀ ਦੀ ਇਮੇਜ ਜਿਹੜੀ ਹੈ ਜਾਂ ਕੰਪਨੀ ਦਾ ਬ੍ਰਾਂਡ ਨੇਮ ਜਿਹੜਾ ਡਿਵੈਲਪ ਕਰਨ ਦੇ ਵਿੱਚ ਕਾਫੀ ਹੈਲਪ ਮਿਲਦੀ, ਕਿਉਂਕਿ ਜਿਹੜੀਆਂ ਕੰਪਨੀਆਂ ਅੱਜ ਕੱਲ੍ਹ ਆਨਲਾਈਨ ਬਿਜ਼ਨਸ ਕਰ ਰਹੀਆਂ ਉਹ ਦੂਸਰੀਆਂ ਕੰਪਨੀਆਂ ਨਾਲੋਂ, ਯਾਨੀ ਟ੍ਰੈਡੀਸ਼ਨਲ ਕਮਰਸ ਦੀ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦਾ ਇੰਟਰਨੈਟ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ, ਉਹਨਾਂ ਕੰਪਨੀਆਂ ਨਾਲੋਂ ਕਾਫੀ ਅੱਛੀ ਇਮੇਜ ਜਿਹੜੀ ਹੈ ਕਸਟਮਰ ਦੀਆਂ ਨਜ਼ਰਾਂ ਦੇ ਵਿੱਚ ਜਿਹੜੀ ਉਹਨਾਂ ਕੰਪਨੀਆਂ ਨੇ ਬਣਾਈ ਹੈ। ਸੋ ਇਹ ਸੀ ਈ-ਕਾਮਰਸ ਦੀ ਡੈਫੀਨੇਸ਼ਨ ਤੇ ਈ-ਕਾਮਰਸ ਦੇ ਬੈਨੀਫਿਟਸ, ਜਿਨ੍ਹਾਂ ਨੂੰ ਆਪਾਂ ਦੋ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ, ਕਸਟਮਰ ਪੁਆਇੰਟ ਆਫ ਵਿਊ ਦੇ ਨਾਲ ਵੇਖਿਆ ਤੇ ਇੱਕ ਅਸੀਂ ਸੈਲਰਸ ਪੁਆਇੰਟ ਆਫ ਵਿਊ ਦੇ ਨਾਲ ਵੇਖਿਆ। ਸੋ ਤੁਸੀਂ ਹੁਣ ਕੀ ਕਰਨਾ ਹੈ ਕਿ ਤੁਸੀਂ ਇਹ ਦੋਨੇ ਟੌਪਿਕ ਜਿਹੜੇ ਆ, ਇੱਥੇ ਤੇ ਤੁਹਾਡਾ ਕੁਐਸਚਨ ਬਣ ਜਾਏਗਾ ਵੀ ਡਿਫਾਈਨ ਈ-ਕਾਮਰਸ, ਤੇ ਤੁਸੀਂ ਇਹ ਡੈਫੀਨੇਸ਼ਨ ਜਿਹੜੀਆਂ ਕਲੀਅਰ ਕਰ ਸਕਦੇ ਹੋ, ਜਿਹੜੀਆਂ ਸਾਹਮਣੇ ਲਿਖੀਆਂ ਹੋਈਆਂ ਡੈਫੀਨੇਸ਼ਨ, ਤੇ ਇਹਦੇ ਨਾਲ ਆਹ 3 ਡੈਫੀਨੇਸ਼ਨਸ ਹੋਰ ਨੇ, ਆਹ 3 ਡੈਫੀਨੇਸ਼ਨਸ ਇਹਦੇ ਨਾਲ ਕਲੀਅਰ ਕਰਿਓ। ਉਹਦੇ ਬਾਅਦ ਨੈਕਸਟ ਕੁਐਸਚਨ ਬਣੇਗਾ ਵਾਟ ਆਰ ਦਾ ਬੈਨੀਫਿਟਸ ਆਫ ਈ-ਕਾਮਰਸ। ਇਹਦੇ ਵਿੱਚ ਤੁਸੀਂ ਇਹ ਦੋਨੋਂ ਪੁਆਇੰਟ ਆਫ ਵਿਊ ਜਿਹੜੇ ਅਲੱਗ-ਅਲੱਗ ਕਰਕੇ ਲਿਖਣੇ ਆ, ਕਸਟਮਰਸ ਪੁਆਇੰਟ ਆਫ ਵਿਊ ਦੇ ਨਾਲ ਵੀ ਤੇ ਨਾਲ ਦੀ ਨਾਲ ਸੈਲਰਸ ਪੁਆਇੰਟ ਆਫ ਵਿਊ ਦੇ ਨਾਲ ਵੀ ਇਹ ਸਾਰੇ ਪੁਆਇੰਟ ਜਿਹੜੇ ਕਵਰ ਕਰਨੇ ਆ। ਸੋ ਥੈਂਕ ਯੂ।